नमस्कार, मैं हूं राज ठाकुर। बुलेटिन की शुरुआत करेंगे और आपको सीधे लिए चलेंगे किसानों की प्रेस कॉन्फ्रेंस में, जहां पर किसान जत्थेबंदियां आगे की रणनीति पर विचार कर रही है। क्या कुछ वहां चल रहा है, सुनते हैं। ਇਹ ਸਾਡਾ ਅਸੀਂ ਕਹਿੰਦੇ ਮਾਲ ਤਾਂ ਸਾਡੀਆਂ ਉਦੋਂ ਦੀਆਂ ਛੱਡੀਆਂ ਹੋਈਆਂ, ਪਰ ਚੜਾਊ ਬਾਰੇ ਅਸੀਂ ਫੇਰ ਸੋਚਾਂਗੇ ਜੇ ਸੈਂਟਰ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਓ, ਅਸੀਂ ਤੁਰਤ ਮੀਟਿੰਗ ਸੱਦਾਂਗੇ। ਇਹ ਤੁਹਾਡਾ ਇਦਾਂ ਹੀ ਚੱਲੇਗਾ ਜੀ, ਪ੍ਰੋਟੈਸਟ ਜਿਹੜਾ ਹੈ ਸਾਇਲੈਂਟ। ਜਿੱਥੇ ਸਾਡੇ ਸਟੇਸ਼ਨਾਂ ਦੇ ਮਗਰਲੇ ਪਾਸੇ ਬੈਠੇ ਆ, ਸਾਨੂੰ ਬੰਦਿਆਂ ਦੀ ਗਿਣਤੀ ਘਟਾਉਣੀ ਪਊ। ਕਿਉਂ? ਅਸੀਂ ਦਿੱਲੀ ਨੂੰ ਜਾ ਰਹੇ ਹਾਂ ਨਾ, ਉੱਥੇ ਅਸੀਂ 11 ਤੋਂ ਲੈ ਕੇ 21 ਬੰਦੇ ਬਹਾਵਾਂਗੇ ਕਿਤੇ ਵੀ ਹੈ। ਉਹ ਸਾਡੇ ਦਿਨ ਰਾਤ ਬੈਠਣਗੇ ਤੇ ਦੂਜੀ ਸਾਡੀ ਸਾਰੀ ਫੋਰਸ ਹੈ, ਅਸੀਂ ਦਿੱਲੀ ਨੂੰ ਜਾਵਾਂਗੇ 26 ਤਰੀਕ। ਪਰ ਗਾਂ 26 ਤੋਂ ਵੀ ਅਸੀਂ ਕੁਛ ਸਾਡੇ ਜ਼ਿਲ੍ਹੇ 24 ਨੂੰ ਤੁਰਨਗੇ, ਕੁਛ 25 ਨੂੰ ਤੁਰਨਗੇ, ਫੇਰ ਹੀ ਉੱਥੇ ਪਹੁੰਚਿਆ ਜਾਊ ਨਾ 26 ਨੂੰ ਵੀ ਮਤਲਬ ਤਿਆਰੀ ਕਰਨੀ ਹੈ। ਅਜੇ ਸੰਗੇ ਇੱਕ ਦੱਸੋ, ਲੱਗਦਾ ਨਹੀਂ ਕਿ ਭਾਰਤ ਸਰਕਾਰ ਦੇ ਅੜੀਅਲ ਵਤੀਰੇ ਨੇ ਤੁਹਾਨੂੰ ਬੁਰੀ ਤਰ੍ਹਾਂ ਕੜਿੱਕੀ 'ਚ ਫਸਾਤਾ। ਇੱਕ ਵੇਲੇ ਤੁਸੀਂ ਕਹਿੰਦੇ ਇਹ ਮਾਲ ਗੱਡੀਆਂ ਚੱਲਣ ਨਹੀਂ ਦੇਣੀਆਂ, ਹੁਣ ਭਾਰਤ ਸਰਕਾਰ ਨੇ ਤੁਹਾਨੂੰ ਤਰਲਿਆਂ ਤੇ ਲਿਆਂਦਾ ਕਿ ਮਾਲ ਗੱਡੀਆਂ ਚਲਾਓ, ਮਾਲ ਗੱਡੀਆਂ ਚਲਾਓ। ਮਤਲਬ ਇਹ ਲੱਗਦਾ ਨਹੀਂ ਵੀ ਬਹੁਤ ਕਸੂਤੇ ਫਸ ਗਏ ਜਾਂਦੇ। ਮੇਰਾ ਖਿਆਲ ਹੈ ਸੰਘਰਸ਼ੀਲ ਲੋਕ ਕਦੇ ਕੜਕੀ 'ਚ ਨਹੀਂ ਫਸਦੇ ਹੁੰਦੇ, ਉਹ ਆਪਦਾ ਸੰਘਰਸ਼ ਕਰਦੇ ਹੁੰਦੇ ਨੇ। ਕੜਕੀ 'ਚ ਫਸੀ ਹੈ ਸੈਂਟਰ ਸਰਕਾਰ, ਜਿਹੜੀ ਉਹ 3-4 ਸਟੇਟਾਂ ਨੂੰ ਆਪਦੇ ਨਾਲੋਂ ਰਾਬਤਾ ਤੋੜੀ ਬੈਠੀ ਹੈ। ਦੇਖੋ, ਇਹ ਕੋਈ ਮਿੰਨਤਦਾਰੀ ਨਹੀਂ। ਅਸੀਂ ਕਿਸਾਨਾਂ ਦੇ ਹਿੱਤ, ਮਜ਼ਦੂਰਾਂ ਦੇ ਹਿੱਤ, ਵਪਾਰੀਆਂ ਦੇ ਹਿੱਤ, ਸਾਰੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਦੇਖ ਕੇ ਸਾਨੂੰ ਤਾਂ ਸਿਖਾਇਆ ਹੈ ਸਾਡੇ ਗੁਰੂਆਂ ਨੇ, ਕਦੇ 4 ਕਰਮਾਂ ਗਾਹਾਂ, ਕਦੇ 2 ਕਰਮਾਂ ਪਛਾਹਾਂ। ਅਸੀਂ ਉਸ ਦੀਨ ਤੇ ਚੱਲ ਰਹੇ ਹਾਂ। ਕੋਈ ਅਸੀਂ ਮਤਲਬ ਸੰਕਟ ਦੇ ਵਿੱਚ, ਠੀਕ ਹੈ ਸਾਡਾ ਪੰਜਾਬ ਸੰਕਟ ਦੇ ਵਿੱਚ ਫਸਿਆ, ਇਹ ਜੇ ਇੱਕ ਭਲੇ ਲਈ ਅਸੀਂ ਵਧੀਆ ਗੱਲ ਕਹਿ ਦਾਂਗੇ, ਇਹ ਕੋਈ ਥੱਲੇ ਲੱਗਣ ਵਾਲੀ ਗੱਲ ਨਹੀਂ ਹੁੰਦੀ। ਥੱਲੇ ਲੱਗੀ ਹੈ ਸੈਂਟਰ ਸਰਕਾਰ, ਕਦੇ ਸਾਨੂੰ ਚਿੱਠੀ ਕੱਢਦੀ ਹੈ, ਕਦੇ ਸਾਡੀ ਮਤਲਬ ਖੇਤੀਬਾੜੀ ਮੰਤਰਾਲੇ ਨਾਲ ਮੀਟਿੰਗ ਕਰਾਉਂਦੀ ਹੈ, ਕਦੇ 7 ਘੰਟੇ ਮੰਤਰੀ ਬਹਿੰਦੇ ਨੇ, ਫਿਰ ਅਸੀਂ ਥੱਲੇ ਲੱਗੇ ਕਿ ਸੈਂਟਰ ਸਰਕਾਰ ਥੱਲੇ ਲੱਗੀ। ਗੱਲ ਆ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਇਸ ਸਮੇਂ ਵਕੀਲਾਂ ਦੀ ਸਲਾਹ ਲੈ ਰਹੀਆਂ ਨੇ ਕਿ ਅਸੀਂ ਇਹਨਾਂ ਬਿੱਲਾਂ 'ਚ ਸੋਧ ਕਰਾ ਲਈਏ। ਕੋਈ ਨਹੀਂ ਲੈ ਰਹੇ। ਅਸੀਂ ਬਿੱਲਾਂ ਤੋਂ ਪਿੱਛੇ ਹਟ ਰਹੇ ਹਾਂ ਕਿ ਬਿਲਕੁਲ ਨਹੀਂ। ਅਸੀਂ ਤਿੰਨੇ ਬਿੱਲ ਖਾਰਜ ਕਰਾਉਣੇ ਨੇ। ਇੱਕ ਬਿਜਲੀ ਐਕਟ ਹੈ, ਉਹਨੂੰ ਖਾਰਜ ਕਰਾਉਣਾ ਹੈ। ਇੱਕ ਜਿਹੜਾ ਸਾਡੇ ਦੇ ਉੱਤੇ ਮਤਲਬ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੈ, ਇਹ ਸਾਡਾ ਅੰਦੋਲਨ ਲੰਮਾ ਹੈ। ਅਸੀਂ ਕੋਈ ਇਹਦੇ ਵਿੱਚ ਮਾੜਾ ਮੋਟਾ ਫਰਕ ਨਹੀਂ ਪਾਉਣਾ। ਅਸੀਂ ਜਿੰਨਾ ਚਿਰ ਨਹੀਂ ਸਾਰੇ ਵਾਪਸ ਲੈਂਦੇ ਸੈਂਟਰ ਸਰਕਾਰ, ਅਸੀਂ ਪਿੱਛੇ ਨਹੀਂ ਹਟਾਂਗੇ। ਤੁਸੀਂ ਕਿਹਾ ਕਿ ਅਸੀਂ 21 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੀ ਮੀਟਿੰਗ ਸੱਦ ਲਈ ਹੈ, ਤੇ ਇਹ ਵੀ ਖਬਰ ਆ ਰਹੀ ਹੈ ਕਿ ਸ਼ਾਇਦ 21 ਤਰੀਕ ਨੂੰ ਦਿੱਲੀ ਦੁਬਾਰਾ ਮੀਟਿੰਗ ਆ ਜਾਏਗੀ। ਜੇ ਉਹ ਮੀਟਿੰਗ ਆਉਂਦੀ ਹੈ, ਜਾਓਗੇ? ਜੇ ਮੀਟਿੰਗ ਉਹ ਸਦਭਾਵਨਾ ਨਾਲ ਸਾਦੇ ਨੇ, ਮੀਟਿੰਗ ਤੋਂ ਕਦੇ ਨਹੀਂ ਭੱਜਣਾ ਚਾਹੀਦਾ। ਸਾਡੇ ਸਾਰੇ ਸਾਥੀਆਂ ਦੀ ਰਾਏ ਹੈ। ਕੋਈ ਇਸ ਕਹਿੰਦਾ ਮਤਲਬ ਮੀਟਿੰਗ ਤੇ ਜੋ ਸੱਦਣਗੇ ਜਾਵਾਂਗੇ, ਪਰ ਮੀਟਿੰਗ 'ਚ ਥੋੜੀ ਜਿਹੀ ਗੱਲ ਜ਼ਰੂਰ ਰੱਖਾਂਗੇ। ਦਬਾਅ ਦੇਖੋ, ਸਾਡੇ ਤੇ ਦਬਾਅ ਪਾਉਣਾ ਚਾਹੁੰਦੇ, ਅਸੀਂ ਉਹਨਾਂ ਤੇ, ਅਸੀਂ ਉਹਨੂੰ ਕਹਾਂਗੇ ਮਹਾਰਾਜ ਤੁਸੀਂ ਮਾਲ ਗੱਡੀਆਂ ਚਲਾਓ, ਮੀਟਿੰਗ ਵੀ ਕਰ ਲਾਂਗੇ ਤੁਹਾਡੇ ਨਾਲ, ਕਿਹੜਾ ਭੱਜਦੇ ਅਸੀਂ। ਇੰਨਾ ਕੁ ਤਾਂ ਰੱਖਾਂਗੇ ਨਾ, ਗੱਲ ਸਾਨੂੰ ਰੱਖਣੀ ਪਊਗੀ। ਮਤਲਬ ਜੇ ਫੇਰ ਵੀ ਉਹ ਵਾਰੀ ਕਹਿਣਗੇ ਵੀ ਗੱਡੀਆਂ ਨਹੀਂ ਚਲਾਉਂਦੇ, ਫਿਰ ਸ਼ਾਇਦ ਅਸੀਂ ਸਾਥੀ ਫੋਨਾਂ ਤੇ ਰਹਿ ਕਰ ਲਾਂਗੇ। ਜੀ ਪੁਲਿਸ ਨੇ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ, ਤੁਸੀਂ ਦਿੱਲੀ ਜਾਣਾ ਹੈ, ਕੀ ਰਣਨੀਤੀ ਬਣਾਈ ਹੈ? ਕਿਉਂਕਿ ਹਰਿਆਣਾ ਪੁਲਿਸ ਤੁਹਾਨੂੰ ਰੋਕੂਗੀ, ਹੋਰ ਪੁਲਿਸ ਰੋਕੂਗੀ, ਜਿੱਥੇ ਰੋਕਣਗੇ ਕੀ ਰਣਨੀਤੀ ਬਣਾਈ, ਕੀ ਕਰੋ? ਮੇਰਾ ਖਿਆਲ ਹੈ, ਮੈਂ ਪਹਿਲੀ ਪ੍ਰੈਸ ਉੱਤੇ ਵੀ ਗੱਲ ਕਰੀ ਸੀ, ਅਸੀਂ ਚੰਡੀਗੜ੍ਹ ਆਉਂਦੇ ਹਾਂ, ਕਦੇ ਮਨਜ਼ੂਰੀ ਨਹੀਂ ਲਈ। ਅਸੀਂ ਡੀਸੀਆਂ ਦੇ ਧਰਨੇ ਦਿੰਦੇ ਹਾਂ, ਕਦੇ ਨਹੀਂ ਮਨਜ਼ੂਰੀ ਲਈ। ਸਾਡੀ ਥੋੜੇ ਜਿਹੇ ਸੈਂਟਰਲ ਲੀਡਰਾਂ ਨੂੰ ਹੋ ਰਿਹਾ ਵੀ ਯਾਰ ਮਨਜ਼ੂਰੀ ਲਈਏ। ਮਤਲਬ ਮੇਰਾ ਖਿਆਲ ਹੈ, ਮੈਂ ਤਾਂ ਬੜਾ ਮਨਜ਼ੂਰੀ ਦੇ ਹੱਕ 'ਚ ਹੈ ਹੀ ਨਹੀਂਗਾ। ਉਹ ਦੇਵੇ ਮਨਜ਼ੂਰੀ, ਨਾ ਦੇਵੇ, ਉਹ ਜਿਹੜਾ ਰਾਮਲੀਲਾ ਮੈਦਾਨ ਪਿਆ ਉਹ ਸਾਡੇ ਲੋਕਾਂ ਦਾ। ਅਸੀਂ ਜਾਵਾਂਗੇ, ਪੂਰੀ ਤਿਆਰੀ ਨਾਲ ਜਾਵਾਂਗੇ। ਅਸੀਂ ਕਹਿੰਦੇ ਹਾਂ ਮਤਲਬ ਹਰਿਆਣਾ ਸਰਕਾਰ ਨੂੰ ਸਾਡੀ ਟੱਕਰ ਸੈਂਟਰ ਸਰਕਾਰ ਨਾਲ ਹੈ, ਹਰਿਆਣਾ ਸਰਕਾਰ ਸਾਡੇ ਨਾਲ ਨਾ ਪੰਗਾ ਲਵੇ। ਅਸੀਂ ਕਰੋਨਾ ਦਾ ਹਵਾਲਾ ਦਿੱਤਾ ਜੀ, ਕਰੋਨਾ ਕਾਰਨ ਉਹ ਕਹਿ ਰਹੇ ਕਿ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਕਿ ਦਿੱਲੀ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ, ਦੁਬਾਰਾ ਲਾਕਡਾਊਨ ਟ੍ਰੇਨਾਂ ਕਦੋਂ ਚਲਾਉਣ ਦੀ ਗੱਲ ਕਰਦੇ, ਅਸੀਂ ਜਿਹੜਾ ਪਰਮਿਸ਼ਨ ਹੈ ਉਹ ਕਿਸਾਨਾਂ ਨੂੰ ਨਹੀਂ ਦੇ ਸਕਦੇ। ਉਹਨਾਂ ਨੇ ਬਹਾਨਾ ਜਹਾਜ਼ ਚਲਾਤੇ, ਬੱਸਾਂ ਚਲਾਤੀਆਂ। ਅਸੀਂ ਤਾਂ ਮੇਰਾ ਖਿਆਲ ਹੈ ਵੱਧ ਗਿਣਤੀ ਸਾਡੀ ਆ ਕਿਸਾਨ, ਅਸੀਂ ਇਹ ਬਿਮਾਰੀ ਨਹੀਂ ਸਮਝਦੇ। ਮੇਰੀ ਗੱਲ ਤਾਂ ਸੁਣ ਲਓ, ਦੁਨੀਆ ਦੇ ਵਿੱਚ 2 ਮਦਵਾੜੇ ਆਏ ਨੇ ਤੇ 2 ਵਾਰੀ ਸੰਸਾਰ ਜੰਗ ਲੱਗੀ ਹੈ। ਅੱਜ ਦੁਨੀਆ ਦੇ ਵਿੱਚ ਤੀਜਾ ਮਦਵਾੜਾ ਹੈ, ਤੇ ਦੁਨੀਆ ਦਾ ਪੂੰਜੀਵਾਦ, ਦੁਨੀਆ ਦੇ ਰਾਜਕਰਤਾ ਲੋਕ ਇਸ ਮਦਵਾੜੇ ਨੂੰ ਕਿਵੇਂ ਕੱਢਦੇ ਨੇ? ਉਹ ਕੀ ਬਿਮਾਰੀ ਨਾਲ ਟਾਲਦੇ ਨੇ, ਕੋ ਸੰਸਾਰ ਜੰਗ ਲਾਉਂਦੇ ਨੇ? ਉਹ ਉਹਨਾਂ ਦੇ ਸਿਰ ਤੇ ਗੱਲ ਹੈਗਾ। ਅਸੀਂ ਤਾਂ ਇਹਨੂੰ ਕੋਈ ਬਾਹਲੀ ਬਿਮਾਰੀ ਮੂਰੀ ਨਹੀਂ, ਇਹ ਤਾਂ ਸਾਨੂੰ ਡਰਾਇਆ ਜਾ ਰਿਹਾ। ਜਿਹੜੇ ਹੱਥ ਅਸੀਂ ਸਾਰੀ ਉਮਰ 'ਚ ਨਹੀਂ ਧੋਤੇ, ਇਹਨਾਂ ਨੇ ਸਾਨੂੰ 2 ਮਹੀਨੇ ਤੋਂ ਬਾਅਦ ਹੱਥ ਮਤਲਬ ਸਾਰੀ ਉਮਰ ਨਹੀਂ ਧੋਤੇ ਹੱਥ, ਮਤਲਬ ਡਰਾਉਂਦੇ ਨੇ। ਮਤਲਬ
ਜਿੱਥੇ ਤੁਹਾਨੂੰ ਰੋਕਿਆ ਜਾਊਗਾ ਉੱਥੇ ਅਣਮਿੱਥੇ ਸਮੇਂ ਲਈ ਧਰਨਾ ਮਾਰਿਆ ਜਾਊਗਾ, ਇਹ ਕੀ ਰਣਨੀਤੀ? ਜਦੋਂ ਰੋਕਿਆ ਜਾਊਗਾ ਕੀ ਕਰੋਗੇ? ਇਹ ਤਾਂ ਸਾਡਾ ਤੁਸੀਂ ਸੁਭਾਅ ਪਹਿਲਾਂ ਹੀ ਦੇਖਦੇ ਹੋ। ਅਸੀਂ ਚੰਡੀਗੜ੍ਹ ਆਉਂਦੇ ਆ, ਚੰਡੀਗੜ੍ਹ ਦਾ ਪ੍ਰਸ਼ਾਸਨ ਜਿੱਥੇ ਸਾਨੂੰ ਰੋਕ ਲੈਂਦਾ ਉੱਥੇ ਬਹਿ ਨਹੀਂ ਆ। ਪਰ ਅਸੀਂ ਇੱਕ ਗੱਲ ਸੁਣ ਲਓ, ਇੱਕ ਟਰੈਕਟਰ ਮਗਰ 2 ਟਰਾਲੀਆਂ ਹੋਣਗੀਆਂ, ਪੂਰਾ ਸਾਡਾ ਪ੍ਰਬੰਧ ਹੋਊਗਾ। ਅਸੀਂ ਦੱਸ ਨਹੀਂ ਸਕਦੇ ਵੀ ਕਿੰਨੇ ਕੁ ਦਿਨਾਂ ਦਾ ਹੋਊਗਾ। ਹੁਣ ਜੇ ਕੋਈ ਮੂਹਰੇ ਬੈਰੀਅਰ ਗੱਡ ਦੇ, ਫਿਰ ਉਹ ਬੈਰੀਅਰ ਦੇ ਇਹੋ ਜਿਹਾ ਤਾਂ ਸਾਡਾ ਹਜੇ ਅਸੀਂ ਨਹੀਂ ਰਾਇ ਬਣਾਈ ਵੀ ਬੈਰੀਅਰ ਦੇ ਉੱਤੋਂ ਦੀ ਛਾਲ ਮਾਰਾਂਗੇ। ਫਿਰ ਤਾਂ ਉਹ ਸਟੇਟ ਸਰਕਾਰ ਜ਼ਿੰਮੇਦਾਰ ਹੈ, ਜਾਂ ਜਿੱਥੇ ਸਾਨੂੰ ਸੈਂਟਰ ਰੱਖੂ ਉਹ ਜ਼ਿੰਮੇਦਾਰ ਹੈਗੀ। ਫਿਰ ਇਹ ਤਾਂ ਮਤਲਬ ਉਹਨਾਂ ਸਰਕਾਰਾਂ ਦੀ ਜ਼ਿੰਮੇਦਾਰੀ ਹੈ। ਤੁਸੀਂ ਗੱਲ ਕੀਤੀ ਕਿ ਕਰੋਨਾ ਇੱਕ ਬਹਾਨਾ ਬਣਾ ਕੇ ਸਾਨੂੰ ਰੋਕਣ ਦੀ ਸਾਜ਼ਿਸ਼ ਹੈ। ਕੀ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਦੇ ਵਿੱਚ ਕੇਜਰੀਵਾਲ ਸਰਕਾਰ ਤੇ ਦਿੱਲੀ ਕੇਂਦਰ ਸਰਕਾਰ ਮਿਲ ਗਈ ਹੈ? ਸ਼ਮਾਏਦਾਰ ਜਿਹੜੇ ਸਤਾ ਕਰਤੇ ਲੋਕ, ਅਸੀਂ ਤਾਂ ਸਾਰਿਆਂ ਨੂੰ ਇੱਕੋ ਹੀ ਸਮਝਦੇ ਇਹਨਾਂ ਨੂੰ। ਅਸੀਂ ਨਿਖੇੜ ਕੇ ਨਹੀਂ ਦੇਖਦੇ। ਅਸੀਂ ਤਾਂ ਅਕਾਲੀ ਤੇ ਕਾਂਗਰਸ ਨੂੰ ਵੀ ਨਿਖੇੜ ਕੇ ਨਹੀਂ ਦੇਖਦੇ। ਆ ਜਿਹੜੇ ਅਸੀਂ ਲੜਨ ਵਾਲੇ ਲੋਕ ਬੈਠੇ ਆ, ਅਸੀਂ ਤਾਂ ਇੱਥੇ ਕਹਿੰਦੇ 2 ਜਮਾਤਾਂ, ਇੱਕ ਜਮਾਤ ਲੁੱਟੀ ਜਾ ਰਹੀ ਹੈ, ਇੱਕ ਜਮਾਤ ਲੁੱਟਦੀ ਹੈ। ਅੱਛਾ ਰੁੱਲੂ ਜੀ, ਸਾਰੀ ਪਾਰਟੀਆਂ ਕਹਿ ਰਹੀਆਂ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ, ਉਹ ਤੁਹਾਡੇ ਉੱਥੇ ਮੰਚ ਤੇ ਆਉਂਦੇ, ਤੁਹਾਡੇ ਧਰਨੇ 'ਚ ਸ਼ਾਮਲ ਹੁੰਦੇ, ਕੀ ਤੁਸੀਂ ਉਹਨਾਂ ਨੂੰ ਅਲਾਉਡ ਕਰੋਗੇ? ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਹੈ, ਅਕਾਲੀ ਦਲ ਵੀ ਇਹੀ ਕਹਿੰਦਾ, ਕਾਂਗਰਸ ਵੀ ਇਹੀ ਕਹਿੰਦੀ ਕਿ ਅਸੀਂ ਉਹਨਾਂ ਦੇ ਨਾਲ, ਉਹਨਾਂ ਨੂੰ ਪੂਰਾ ਸਮਰਥਨ ਦੇਵਾਂਗੇ। ਦੂਜਿਆਂ ਨੂੰ ਤਾਂ ਛੱਡੋ, ਕਾਂਗਰਸ, ਅਕਾਲੀ, ਆਮ ਪਾਰਟੀ, ਅਸੀਂ ਜਿਹੜੇ ਰਾਜਨੀਤਿਕ ਕਾਮਰੇਡ ਨੇ ਉਹਨਾਂ ਨੂੰ ਆਪਦੀ ਸਟੇਜ ਤੇ ਬੋਲਣ ਦਿੰਦੇ। ਹੋਰ ਤਾਂ ਛੱਡੋ ਗੱਲ, ਉਹਨੂੰ ਤਾਂ ਬੋਲਣ ਕੀ ਦੇਣਾ। ਜਿਹੜੇ ਸਾਡੀ ਮਾੜੀ ਜਿਹੀ ਹਿੱਤ ਦੀ ਗੱਲ ਵੀ ਕਰਦੇ ਨੇ, ਉਹ ਜਿਹੜੇ ਰਾਜਨੀਤਿਕ ਵੱਡੇ ਲੀਡਰ ਨੇ, ਉਹਨਾਂ ਦੇ ਜਿਹੜੇ ਰਾਜਨੀਤੀ ਕਰਦੇ ਨੇ, ਸਾਡੀ ਸਟੇਜ ਤੇ ਉਹਨਾਂ ਨੂੰ ਕੋਈ ਬੋਲਣ ਦਾ ਅਧਿਕਾਰ ਨਹੀਂ। ਕਾਂਗਰਸ ਤੇ ਅਕਾਲੀਆਂ ਤੇ ਆਮ ਪਾਰਟੀ ਦਾ ਕੀ ਹੋ ਜੋ? ਅੱਜ ਤੱਕ ਦਿੱਤਾ ਬੋਲਣ ਕਿਤੇ? ਦੱਸੋ ਸਾਨੂੰ। ਮਾਤਾ ਨੇ ਕਿਸੇ ਨੂੰ ਕੋਈ ਨਹੀਂ ਬੋਲਣ ਦਿੱਤਾ। ਇਹ ਜਿਹੜੇ ਅੱਜ ਸਪੋਰਟ ਕਰਕੇ ਗਿਆ ਮੁੱਖ ਕਰਦੇ ਹੀ ਧਿਆਨ ਖਤਮ ਮੁੱਖ ਮੰਤਰੀ ਦਾ ਫੈਸਲਾ ਉਹਨਾਂ ਨੇ ਸਲਾਹ ਕਰਾ ਕੇ ਕਹਿ ਕੇ ਗਿਆ ਵੀ ਅਸੀਂ ਝੋਨਾ ਸਾਰਾ ਅਗਰਾਹਾਂ ਗਰੁੱਪ ਆਇਆ ਸੀ ਅੱਜ, ਕੀ ਉਹ ਸੁਣਦੇ ਉਹ ਚਿੱਠੀ ਦੇ ਕੇ ਅੱਜ ਕੁਛ ਮੰਤਰੀ ਮੰਤਰੀ ਆਏ ਸੀ ਮੈਂ ਗੱਲ ਮਤਲਬ ਪੰਜਾਬ ਸਰਕਾਰ ਦੇ ਮੰਤਰੀ ਆਏ ਸੀਗੇ। ਉਹ ਜਿਵੇਂ ਪਹਿਲਾਂ ਮਿੰਤਾ ਤਰਲੇ ਜੇ ਕਰਦੇ ਨੇ, ਅਸੀਂ ਇੱਥੋਂ ਸਾਡੇ 5 ਆਗੂ ਤੁਰੇ ਸੀਗੇ, ਉਹਨਾਂ ਨੇ ਆਪਣੀ ਸਾਰੀ ਗੱਲ ਰੱਖਤੀ। ਪਰ ਅਸੀਂ ਇੱਕ ਗੱਲ 'ਚ ਉਹਨਾਂ ਤੋਂ ਮਨਾ ਗਏ, ਜਿਹੜਾ ਮਜਾੜ ਉਹਨਾਂ ਨੇ ਬੰਦ ਕਰਤੇ ਸੀ ਪਿੰਡ ਵਾਲੇ, ਉਹ ਸਾਨੂੰ ਅੱਜ ਭਰੋਸਾ ਦਵਾ ਕੇ ਵੀ ਅਸੀਂ ਖਰੀਦ ਕੇਂਦਰ ਚਲਾਵਾਂਗੇ ਤੇ ਸਾਰਾ ਝੋਨਾ ਚੱਕਾਂਗੇ। ਮੇਰਾ ਖਿਆਲ ਹੈ ਛੋਟੀ ਜੀ ਮੰਗ ਹੈ, ਕਿਸਾਨ ਇਹੋ ਝੋਨਾ ਵਿਕ ਜੂਗਾ, ਸੌਖਾ ਕੰਮ ਹੋ ਜੂਗਾ। ਅੱਜ ਉਹ ਅਗਰਾਹਾਂ ਵਾਲੀ ਆਏ ਹੋਏ ਸੀਗੇ ਕਿ ਉਹ ਇਸ ਤਰ੍ਹਾਂ ਵਿੱਚ ਸ਼ਾਮਲ ਹੋ ਰਹੇ ਨੇ ਜਾਂ ਵੱਖਰੇ ਹੀ ਰਹਿਣਗੇ ਜੀ? ਉਹ ਅਗਰਾਹਾਂ ਵਾਲੀ ਤੁਹਾਡੇ ਨਾਲ ਬਾਹਰੋਂ ਨੇ ਕਿ ਮੀਟਿੰਗ ਦੇ ਵਿੱਚ ਆ ਕੇ ਸ਼ਾਮਲ? ਮੇਰਾ ਖਿਆਲ ਹੈ ਪ੍ਰੈਸ ਬਹੁਤ ਸਿਆਣੀ ਹੁੰਦੀ ਆ, ਉਹ ਸਾਡੇ ਨਾਲ ਰਲ ਕੇ ਕਿੱਦੇ ਚੱਲਦੇ ਨੇ। ਮੈਨੂੰ ਇਹ ਸਵਾਲ ਤਾਂ ਪੁੱਛਣ ਲਈ ਗੱਲ ਹੀ ਨਹੀਂ। ਇੱਕ ਮਤਲਬ ਸਾਡਾ ਸਾਥੀ ਹੈ, ਸਾਡੇ ਸਾਥੀ ਮਿੱਤਰ ਨੇ ਸਾਡੇ, ਇੱਕ ਉੱਥੇ ਬੈਠਾ ਬੰਦ ਸਤਨਾਮ ਸਿੰਘ ਪੰਨੂ, ਤੇ ਇਹ ਸਾਥੀ ਅੱਡ ਬਹਿੰਦੇ ਨੇ। ਉਹ ਉਹਨਾਂ ਦੀ ਮਰਜ਼ੀ ਹੈ ਜਿਹੋ ਜਿਹਾ ਸੰਘਰਸ਼ ਚਲਾਉਣਗੇ। ਉਹ ਜਦੋਂ ਉਹ ਵੀ ਸੰਘਰਸ਼ ਲੜੀ ਜਾਂਦੇ ਨੇ, ਅਸੀਂ ਵੀ ਲੜੀ ਜਾਂਦੇ ਆ। ਸੰਘਰਸ਼ ਤਾਂ ਇੱਕੋ ਹੀ ਹੈ ਨਾ। ਤੇ ਕੱਲ ਦੀ ਮੀਟਿੰਗ ਲਈ ਉਹਨਾਂ ਨੂੰ ਸੱਦਾ ਹੈਗਾ ਵੈਸੇ ਤੁਹਾਡੀ? ਨਹੀਂ, ਉਹਨਾਂ ਨੂੰ ਅੰਮ੍ਰਿਤਸਰ ਦੀ ਕਿਸਾਨ ਸੰਘਰਸ਼ ਸਮਿਤੀ ਜਿਹੜੀ ਉਹਨਾਂ ਨੇ ਕਿਹਾ ਕਿ ਜੇਪੀ ਨੱਡੇ ਦਾ ਉਹ ਖਰਾਬ ਕਰਨਗੇ ਪ੍ਰੋਟੈਸਟ ਕਰਕੇ। ਹਾਂ, ਇੱਕ ਮੰਤਰੀ ਕਹਿ ਕੇ ਗਏ ਨੇ ਵੀ ਜਿਹੜੀ ਯੂਰੀਆ ਪੰਜਾਬ 'ਚ ਬਣਦੀ ਹੈ, ਕਿਤੇ ਵੀ 2 ਥਾਂ ਕਾਰਖਾਨੇ ਬਣਦੀ ਹੈ, ਉਹ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ। ਮੰਤਰੀ ਕਹਿ ਕੇ ਗਏ ਨੇ ਸਾਡੇ ਸਾਥੀਆਂ ਨੂੰ। ਇੱਕ ਅੰਮ੍ਰਿਤਸਰ ਦੀ ਕਿਸਾਨ ਸੰਘਰਸ਼ ਸਮਿਤੀ ਨੇ ਅਨਾਉਂਸ ਕੀਤਾ ਹੈ ਕਿ ਜੇਪੀ ਨੱਡੇ ਦਾ ਅਸੀਂ ਵੀ ਨੂੰ ਰੋਕਾਂਗੇ। ਕਿਵੇਂ ਉਹ ਬੀਜੇਪੀ ਵਾਲਿਆਂ ਨੂੰ ਰੋਕਣ ਦਾ, ਉਹ ਆਪਾਂ ਵੀ ਰੋਕਾਂਗੇ। ਦੇਖੋ ਮੇਰੀ ਗੱਲ ਸੁਣੋ, ਅਸੀਂ ਉਹਨਾਂ ਨੂੰ ਕਦੇ ਕਿਸੇ ਦਫ਼ਤਰ ਦਾ ਉਦਘਾਟਨ ਨਹੀਂ ਕਰਨ ਦੇਵਾਂਗੇ। ਅਸੀਂ 30 ਜਥੇਬੰਦੀਆਂ ਬੈਠੀਆਂ, ਜੇ 2 ਗੱਡੀਆਂ ਤੋੜਨੀ ਕਿੰਨੀ ਬਣ ਗਈਆਂ? 60 ਹੋ ਗਈਆਂ ਨਾ। ਉਹਨਾਂ ਬਾਹਲੇ ਲੋਕਾਂ ਨੂੰ ਨਾ ਇਕੱਠੇ ਕਰੀਏ, ਜਿੱਥੇ ਵੀ ਆਉਣਗੇ ਅਸੀਂ ਉਹਨਾਂ ਨੂੰ ਘੇਰਾਂਗੇ। ਬਿਲਕੁਲ ਨਹੀਂ ਉਹਨਾਂ ਨੂੰ ਕਰਦੇ। ਜੇ ਮੈਨੂੰ ਪਤਾ ਲੱਗਿਆ ਆ ਵੀਡੀਓ ਰਾਹੀਂ ਉਹ ਆਪਦੇ ਉਹ ਕਰੀ ਜਾਂਦੇ ਨੇ ਕਿ ਮਤਲਬ ਵੀ ਦਫ਼ਤਰ ਖੋਲਾਂਗੇ, ਫਿਰ ਉਹਦਾ ਤਾਂ ਹੁਣ ਪ੍ਰਧਾਨ ਮੰਤਰੀ ਮੀਟਿੰਗਾਂ ਕਰਾਈ ਜਾਂਦੇ ਨੇ, ਮੰਤਰੀ ਕਰਾਈ ਜਾਂਦੇ ਨੇ, ਉਹਦਾ ਤਾਂ ਹੁਣ ਅਸੀਂ ਕਿਵੇਂ ਬੰਦ ਕਰ ਸਕਦੇ ਹਾਂ? ਪਰ ਫਿਰ ਆਉਣ ਜੇ ਪੰਜਾਬ ਦੇ ਵਿੱਚ ਆਉਣਾ ਕਰਾ ਕੇ, ਜੇ ਫਿਰ ਦੇਖਾਂਗੇ ਵੀ ਕੀ ਪੰਜੀ ਦਾ ਉਗੜਦੀ ਹੈਗੀ। ਕਰੋਗੇ ਕੀ ਪ੍ਰੋਗਰਾਮ? ਉਹਦਾ ਜਿੱਥੇ ਬੈਠੇ ਪਹਿਲਾਂ ਵੀ ਘੇਰੀ ਬੈਠੇ ਜੀ ਤੁਸੀਂ ਸਾਰੀ ਪ੍ਰੈਸ, ਜਿੱਥੇ ਜਿੱਥੇ ਨੇ ਲੀਡਰ ਨੇ, ਕਿਸੇ ਦਿਨ ਰਾਤ ਰਹੀ ਧਰਨੇ। ਨੱਡਾ ਜੇ ਪੰਜਾਬ ਚ ਆਊਗਾ ਕਿਸਾਨ ਘੇਰਾਂਗੇ ਉਹਨੂੰ। ਹਾਂ ਘੇਰਾਂਗੇ ਜੀ, ਘੇਰਾਂਗੇ, ਲਾਜ਼ਮੀ ਘੇਰਾਂਗੇ, ਲਾਜ਼ਮੀ ਘੇਰਾਂਗੇ। ਚੰਡੀਗੜ੍ਹ ਪੈਰੀ ਖਰੀਦ ਲੈ, ਚੰਡੀਗੜ੍ਹ ਪੈਰੀ ਖਰੀਦ ਲੈ। ਹਾਂ, ਮੂਵਮੈਂਟ ਨੂੰ ਦੇਖਦੇ ਹੋ, ਦੁਨੀਆ ਭਰ ਦੀਆਂ ਲਹਿਰਾਂ ਦਾ ਬਿਆਨ ਹੁੰਦਾ ਕਿ ਸਰਕਾਰਾਂ ਦੇ ਨਾਲ ਤੁਸੀਂ ਕਿਹਾ ਸਰਕਾਰ ਦੇ ਇੱਕ ਹਿੱਤ ਨੇ, ਉਹ ਸਰਮਾਏਦਾਰੀ ਦੇ ਹਿੱਤ ਹੋ ਰਹੀ ਆ, ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਨੇ। ਲਹਿਰਾਂ ਦਾ ਇੱਕ ਵਿਜ਼ਨ ਹੁੰਦਾ, ਤੁਹਾਡੀ ਮੂਵਮੈਂਟ ਇਹਨਾਂ ਦਾ ਇੱਕ ਪੜਾਅ ਤੇ ਆ ਕੇ ਫਸ ਰਹੀ ਹੈ, ਯਾਨੀ ਸੈਂਟਰ ਗਵਰਨਮੈਂਟ ਦੇ ਨਾਲ ਇੱਕ ਲੈਵਲ ਤੇ ਤੁਸੀਂ ਗਏ, ਉਹ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਲਹਿਰ ਸਟੈਗਨੇਸ਼ਨ ਚ ਮਤਲਬ ਖੜੇ ਹੋ ਗਏ ਇਸ ਟਾਈਮ। ਉਹ ਤੁਹਾਨੂੰ ਬੁਲਾ ਰਹੇ ਨੇ ਗੱਲਬਾਤ ਦੇ ਲਈ। ਖੜੀ ਹੈ, ਕੋਈ ਖੜੀ ਨਹੀਂ, ਇਹੀ ਕਹਿਣਾ ਕੋਈ ਖੜੀ ਨਹੀਂ। ਜਿਹੜਾ ਹੁਣ ਤੱਕ ਤੁਸੀਂ ਜਿਸ ਪੜਾਅ ਦੇ ਉੱਤੇ ਆ ਗਏ, ਇਹ ਤੋਂ ਅਗਲਾ ਪੜਾਅ ਕੀ ਹੋ ਲਹਿਰ ਦਾ? ਮੈਂ ਕਹਿੰਦਾ ਪ੍ਰੈਸ ਨੂੰ ਕੱਲ ਪਹਿਲਾਂ ਅਸੀਂ ਉਧਰੋਂ ਸੱਦਾ ਆਇਆ ਸਾਡੇ ਦੂਜੀਆਂ ਜਥੇਬੰਦੀਆਂ ਵੀ ਭਾਰਤ ਚੱਕਾ ਜਾਮ ਕਰਨਾ, ਭਾਰਤ
ਮਤਲਬ ਬੰਦ ਵਾਂਗੂ ਚੱਕਾ ਜਾਮ ਕਰਨਾ, ਉਹ ਸਾਨੂੰ ਬਹੁਤ ਸਟੇਟਾਂ ਦੇ ਵਿੱਚੋਂ ਸਾਨੂੰ ਮਿਲਿਆ। ਉਦੋਂ ਬਾਅਦ ਅਸੀਂ 1 ਤਰੀਕ ਨੂੰ ਗੱਡੀ ਦੀਆਂ ਲਾਈਨਾਂ ਤੇ ਬਹਿ ਕੇ ਗੱਡੀਆਂ ਰੋਕੀਆਂ। ਕੁਛ ਸਮੱਸਿਆ ਨੂੰ ਸਾਨੂੰ ਦੇਖਦੇ ਹੋਏ ਸਮਝਦੇ ਹੋਏ ਵੀ ਮਤਲਬ ਸਮੱਸਿਆ ਨਾ ਖੜੀ ਹੋ ਜੇ, ਤਾਂ ਅਸੀਂ ਇਹ ਦਬਾਅ ਪੰਜਾਬ ਸਰਕਾਰ ਤੇ ਪਾਇਆ। ਸਾਨੂੰ ਵੀ ਤੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਕੁਛ ਨਾ ਕੁਛ ਜਾਂ ਪੰਜਾਬ ਸਰਕਾਰ ਮੰਨੇ ਜਾਂ ਸੈਂਟਰ ਸਰਕਾਰ ਮੰਨੇ, ਤਾਂ ਪੰਜਾਬ ਸਰਕਾਰ ਨੇ ਕਿਹੜੇ ਤਰੀਕੇ ਨਾਲ ਸਾਨੂੰ ਸਾਡੀ ਮੀਟਿੰਗ ਪਹਿਲਾਂ ਸੱਦੀ, ਫਿਰ ਉਹ 3 ਕਾਨੂੰਨ ਉਹਨਾਂ ਨੇ ਰੱਦ ਕਰਤੇ। ਕੀ ਇਹਨਾਂ ਦਾ ਗਾਹਾਂ ਕੀ ਰਿਜ਼ਲਟ ਨਿਕਲਦਾ ਹੈ, ਗਵਰਨਰ ਸਾਈਨ ਕਰਦਾ ਨਾ ਕਰਦਾ, ਉਸ ਗੱਲ ਨੂੰ ਦੇਖ ਕੇ ਵੀ ਜੇ ਪੰਜਾਬ ਸਰਕਾਰ ਪਿੱਛੇ ਹਟੀ ਹੈ ਤਾਂ ਥੋੜਾ ਜਿਹਾ ਕਿਸਾਨ ਲੀਡਰਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ। ਇਸੇ ਕਰਕੇ ਅਸੀਂ ਉਹ ਜਿਹੜਾ ਆਪਣਾ ਟਰੈਕ ਤੇ ਖਾਲੀ ਕਰਤੇ। ਚੱਲ ਸਾਡੇ ਕੋਲ ਸਾਥੀ ਸਟੇਸ਼ਨਾਂ ਤੇ ਬੈਠੇ ਰਹੇ, ਤਾਂ ਸੈਂਟਰ ਨੇ ਇਤਰਾਜ਼ ਉਠਾਇਆ ਵੀ ਤੁਸੀਂ ਤਾਂ ਸਟੇਸ਼ਨਾਂ ਤੇ ਬੈਠੇ ਹੋ। ਅਸੀਂ ਆਖਿਆ ਵੀ ਇਹ ਨਾ ਗੱਲ ਕਹੀਏ, ਅਸੀਂ ਸਾਰੇ ਤਾਂ ਹਦਾਇਤਾਂ ਕਰਦੇ ਹਾਂ ਵੀ ਸਟੇਸ਼ਨਾਂ ਤੋਂ ਮਗਰ ਪਾਰਕਾਂ 'ਚ ਵਗ ਜਾਓ। ਹੁਣ ਅਸੀਂ ਉੱਥੇ ਦੇ ਪਾਰਕਾਂ 'ਚ ਬੈਠੇ ਆਂਗੇ ਤੇ ਸਰਕਾਰ ਉਸ ਗੱਲ ਜਿਹੜੀ ਕੋਈ ਸਾਡਾ ਅੰਦੋਲਨ ਮੇਰਾ ਖਿਆਲ ਹੈ ਸਟੇਟ ਦੀ ਇੱਕ ਆਪਣੀ ਪੋਲਿਟਿਕਸ ਆ, ਤੁਹਾਡੀ ਇੱਕ ਆਪਣੀ ਪੋਲਿਟਿਕਸ ਆ। ਜਿਵੇਂ ਤੁਸੀਂ ਚੀਜ਼ਾਂ ਦੇ ਰਾਹ ਪੱਧਰੇ ਕਰ ਰਹੇ ਹੋ, ਮੰਨ ਲਓ ਇਹ ਤਾਂ ਹੀ ਹੁੰਦਾ ਜਦੋਂ ਤੁਸੀਂ ਪੋਲਿਟਿਕਸ ਤਾਂ ਇਹੀ ਹੁੰਦਾ ਜਦੋਂ ਤੁਹਾਡੀ ਪੋਲਿਟਿਕਸ ਉਹਨਾਂ ਤੇ ਫੈਂਸ ਹੋ ਜਾਓ, ਤੁਹਾਡੇ ਤੇ ਹੋ ਜਾਣਗੇ। ਦੁਨੀਆ ਦਾ ਇਤਿਹਾਸ ਤਾਂ ਇਹੀ ਹੈ। ਤੁਹਾਡਾ ਵਿਜ਼ਨ ਕੀ ਹੈ ਅਗਲਾ ਮੂਵਮੈਂਟ ਨੂੰ ਲੈ ਕੇ, ਜਿੱਥੇ ਤੱਕ ਤੁਸੀਂ ਲਹਿਰ ਨੂੰ ਲੈ ਆਏ, ਹੁਣ ਅਗਲਾ ਵਿਜ਼ਨ ਕੀ ਹੈ ਜਿਹੜਾ ਅਗਲਾ ਵੀ ਹੁਣ ਦਿੱਲੀ ਨੂੰ ਜਾ ਰਹੇ ਹਾਂ? ਰਸਤੇ ਤੁਹਾਡੇ ਪਹਿਲਾਂ ਹੀ ਚੱਲ ਰਹੇ ਨਹੀਂ ਨਹੀਂ, ਮੇਰੀ ਗੱਲ ਤਾਂ ਸਟੈਗਨੇਸ਼ਨ ਆ, ਖੜ੍ਹੀ ਫਸ ਗਿਆ। ਇੱਕ ਤਾਂ ਅਸੀਂ ਪੰਜਾਬ ਤੇ ਉਹਨੂੰ ਸਾਰੇ ਭਾਰਤ ਦਾ ਆਲ ਇੰਡੀਆ ਦਾ ਅੰਦੋਲਨ ਬਣ ਗਿਆ। ਇਹ ਸਾਡੀ ਇੱਕ ਪ੍ਰਾਪਤੀ ਆ, ਇਹ ਸਾਡੀ ਇੱਕ ਪ੍ਰਾਪਤੀ ਹੈ। ਇੱਕ ਹੁਣ ਅਸੀਂ ਸਾਰੇ ਭਾਰਤ ਦੇ ਕਿਸਾਨ ਅਸੀਂ ਦਿੱਲੀ ਨੂੰ ਘੇਰਨ ਜਾ ਰਹੇ, ਘਿਰੂਗੀ ਦਿੱਲੀ। ਅਸੀਂ ਜਾ ਰਹੇ ਹਾਂ ਦਿੱਲੀ ਦੇ ਵਿੱਚ ਧਰਨਾ ਦੇਣ, ਠੀਕ ਹੈ ਨਾ ਗੱਲ। ਇਹਦੀ ਡੇਟ ਨਹੀਂ ਕੋਈ ਦੱਸ ਸਕਦੇ ਕਿੰਨੇ ਦਿਨ ਰਹੂਗਾ, ਕੀ ਹੋਊਗਾ, ਕੀ ਕਰਨਾ ਹੈ। ਉਹ ਜੇ ਕਿਤੇ ਹੁਣ ਆਪਦੇ ਆਪ ਕਰਾ ਲੈਂਦੀ ਹੈ ਦਿੱਲੀ, ਫਿਰ ਉਹਦੀ ਮਰਜ਼ੀ ਹੈ। ਮਤਲਬ ਉਹ ਆਪਦੀਆਂ ਸਰਕਾਰਾਂ ਨੂੰ ਕਹਿ ਦਿੰਦੇ ਆ ਵੀ ਘੇਰ ਲਓ, ਕਿਸਾਨਾਂ ਨੂੰ ਆਉਣ ਨਹੀਂ ਦੇਣਾ। ਤੇ ਅਸੀਂ ਸਾਡਾ ਹੁਣ ਵੀ ਮੈਂ ਦੁਬਾਰੇ ਕਹਿਣਾ ਚਾਹੁੰਦਾ, ਕਾਨੂੰਨ ਦਾ ਬਣਾਉਣਗੇ ਬਹਾਨਾ ਬਿਮਾਰੀ ਦਾ, ਕੋਈ ਇੱਥੇ ਬਿਮਾਰੀਆਂ ਨਹੀਂ। ਇੰਨੇ ਬੰਦੇ ਤਾਂ ਰੋਜ਼ ਹੀ ਮਰਦੇ ਰਹਿੰਦੇ ਨੇ, ਪਹਿਲਾਂ ਵੀ ਕਿਹੜੇ ਮਰਦੇ ਨਹੀਂਗੇ। ਇੱਕ ਇੱਥੇ ਦੂਜੀ ਯੂਨੀਅਨ ਹੈ, ਸਾਨੂੰ ਆਈ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਤਾਂ ਇਤਰਾਜ਼ ਕਰਦਾ ਕੁਰਸੀਆਂ ਦੇ ਸਾਥੋਂ ਤੇ ਮਾਫੀ ਚਾਹੁੰਦੇ ਹਾਂ ਸਾਥੋਂ, ਉਹ ਸਾਨੂੰ ਚਾਹ ਪਿਆ ਕੇ ਜਾਂਦੇ ਨੇ। ਅਸੀਂ ਉਹ ਜਥੇਬੰਦੀ ਹੈ ਉਹਦਾ ਕਰਦੇ ਹਾਂ ਧੰਨਵਾਦ। ਇੱਕ ਡਾਕਟਰਾਂ ਦੀ ਜਥੇਬੰਦੀ ਹੈ ਜਿਹਦਾ ਧੰਨਾਮਾਨ ਗੋਇਲ ਪ੍ਰਧਾਨ ਹੈ ਪੰਜਾਬ ਦਾ, ਉਹ ਸਾਡੇ ਹਰ ਇੱਕ ਜਿੱਥੇ ਸਾਡੇ ਧਰਨੇ ਨੇ ਉਹ 4 ਡਾਕਟਰ ਉਹਨਾਂ ਦੇ ਆਏ ਬਹਿੰਦੇ ਨੇ। ਅਸੀਂ ਨਾਲ ਉਹਨਾਂ ਜਿਹੜੇ ਵੀ ਪ੍ਰੈਸ ਦਾ ਮਤਲਬ ਜਿਹੜੇ ਕੋਈ ਸਾਡਾ ਸਾਥ ਦਿੱਤਾ ਹੈ, ਉਹ ਸ਼ਹਿਰੀ ਲੋਕਾਂ ਨੇ ਸਾਥ ਦਿੱਤਾ ਹੈ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਡੇ ਅੰਦੋਲਨ ਦੀ ਹਮਾਇਤ ਕਰ ਰਹੇ ਹਾਂ। ਇੱਕ ਅੱਜ ਸਾਡਾ ਕਿਸਾਨ ਕਹਿ ਕੇ 12 ਵਜੇ ਮੇਰੇ ਖਿਆਲ 11 ਵਜੇ ਸ਼ਹੀਦ ਹੋ ਗਿਆ, ਉਹ ਸਮਰਾਲੇ, ਉਹਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰੇ। ਪ੍ਰਧਾਨ ਜੀ, ਇਹਨਾਂ ਨੂੰ ਇਹ ਕਹੋ ਕਿ ਸਾਨੂੰ ਸਮਰਥਨ ਡੇ ਬਾਈ ਡੇ ਵੱਧਦਾ ਜਾਂਦਾ, ਜਿਹੜਾ ਉਹਨਾਂ ਦਾ ਸ਼ੰਕਾ ਨਹੀਂ, ਸਟੈਗਨੇਸ਼ਨ ਕੋਈ ਨਹੀਂ, ਵੱਧਦਾ ਹੀ ਜਾਂਦਾ। ਡੇਢ ਦੁਗਣੀ ਦੇ ਰਾਤ ਆਖੋ, ਡੇਢ ਦੁਗਣੀ ਦੇ ਰਾਤ ਚੌਗਣੀ ਤਰੱਕੀ ਕਰ ਰਿਹਾ। ਠੀਕ ਹੈ ਜੀ, ਹੋਰ ਪੁੱਛੋ ਕੁਝ। ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ। ਜਿੱਪਾ ਹਾਲਦੇ ਵੇ ਇੱਥੇ ਹੀ ਬੈਠੂ, ਮੈਂ ਇੱਥੋਂ ਖੜਾ ਨਹੀਂ ਹੋਈਦਾ। तो ये आप सुन रहे थे किसान जत्थेबंदियों को जो यहाँ पर एकत्रित हुई हैं और आज बैठक की गई। बहुत से मंत्री यहाँ पर पहुंचे, नेता भी यहाँ पर पहुंचे, उनके साथ भी बातचीत की गई। और इस दौरान किसान के नेताओं को आप सुन रहे थे, हरियाणा सरकार हमसे पंगा ना ले, इस पर भी ध्यान केंद्रित करवाने की कोशिश इन किसान नेताओं की तरफ से की गई। और साफ कहा गया कि जब तक तीनों कानूनों को खत्म नहीं किया जाता तब तक ये संघर्ष जारी रहेगा। केंद्र सरकार खुद फंस चुकी है, इसका जिक्र भी किया गया। जेपी नड्डा के मुद्दे पर उन्होंने कहा कि अगर वो पंजाब आएंगे तो उनका विरोध लाजमी तौर पर होगा। और इस बात को लगातार वो कह रहे हैं कि हम विरोध लगातार करते रहेंगे। बहरहाल जो किसान नेता हैं वो लगातार इस बात पर जोर दे रहे हैं कि जो मालगाड़ियाँ रुकी है और उसके कारण जो नुकसान हो रहा है वो सब कुछ केंद्र सरकार की तरफ से इरादतन किया गया। और यहाँ पर भी उसका जिक्र होता हुआ नजर आया। केंद्र सरकार खुद फंस चुकी है, इस बात का जिक्र भी करते हुए किसान नेता यहाँ पर देखे गए। बहरहाल सवाल ये कि आने वाले वक्त में अब क्या रूपरेखा रहेगी। और इससे पहले भी हमने देखा कि 26-27 नवंबर को ये कहा गया कि पूरे तरीके से संघर्ष को आगे बढ़ाया जाएगा। और दिल्ली कितने दिन का धरना होगा अभी ये नहीं बताया गया, यानी इस पर स्थिति साफ नहीं की गई है। खरीद केंद्र दोबारा खोलने के लिए भरोसा देकर गए हैं जो नेता किसानों के साथ यहाँ पर पहुंचे थे, इस बात का भी उन्होंने जिक्र किया। यहाँ पर पंजाब सरकार के मंत्री आए थे और उन सब की तरफ से ये बातें कही गई है। बहरहाल मालगाड़ियाँ पहले ही
राहत दे दी गई थी। उन्होंने कहा इस बाबत केंद्र सरकार खुद फंस चुकी है, तीनों बिल खारिज कराने तक पीछे नहीं हटेंगे। इस बात पर भी अड़ग ये नेता नजर आते हैं। संघर्ष पहले की तरह ही जारी रहेगा। 26 और 27 नवंबर को लेकर पूरी तैयारी है। लाखों किसान दिल्ली जाएंगे। और दिल्ली के मसले पर जब पत्रकारों की तरफ से सवाल हुआ कि दिल्ली में स्थिति बिगड़ रही है कोरोना को लेकर, तो ये तक कहने से गुरेज नहीं किया कि कोरोना सिर्फ बहाना है। उम्र छोटी काम बड़े, कहते हैं कि एक जीनियस की झलक उसके बचपन में ही मिल जाती है। वो किसी भी फील्ड में जीनियस बन सकता है, खेल में, पढ़ाई में, आर्ट में या किसी और क्षेत्र में। वो शायद आपके आसपास हो या फिर दूर। अगर आप किसी ऐसे इंडियन को जानते हैं जो यंग जीनियस हो या फिर जिसे दुनिया के सामने आना चाहिए, तो आज ही रजिस्टर कीजिए news18.com यंग जीनियस या फिर बायजूस ऐप डाउनलोड कीजिए और यंग जीनियस सेक्शन विजिट करें। वक्त एक छोटे से ब्रेक का। ब्रेक के बाद आपका स्वागत है। हिमाचल में एक बार फिर सेंट्रल यूनिवर्सिटी का जिन बाहर आ चुका है। केंद्रीय वित्त राज्य मंत्री अनुराग ठाकुर ने अफसरशाही के कंधे पर बंदूक रखकर अपनी सरकार को निशाने पर लिया है। वहीं सीएम जयराम ठाकुर ने भी अनुराग ठाकुर को नसीहत दी। केंद्रीय वित्त राज्य मंत्री अनुराग ठाकुर अपनी बेबाकी के लिए जाने जाते हैं, लेकिन कभी कभी ये बेबाकी उनकी अपनी ही सरकार की फजीहत कर आ जाती है। हिमाचल प्रदेश में सेंट्रल यूनिवर्सिटी के मुद्दे पर अनुराग ठाकुर आर पार की लड़ाई के मूड में। देहरा में सीएम की जनसभा में अनुराग ने इशारों में जयराम ठाकुर को ही नसीहत दे डाली। अफसरशाही के कंधे पर बंदूक रखकर खूब निशाने भी दागे। भरी जनसभा में सीएम के सामने मंच पर अनुराग ठाकुर ने यहाँ तक कह दिया कि मैं रोटी को चोची नहीं बोलता। सेंट्रल यूनिवर्सिटी के मुद्दे पर उन्होंने सीएम के सामने अधिकारियों की खूब क्लास लगाई। जिनको सेंट्रल यूनिवर्सिटी के बोल भी नहीं आते होंगे कि सेंट्रल यूनिवर्सिटी मंजूर क्या हुई, आज वो उसके दूसरी वाणी की बात करते हैं, लेकिन उनको शय कौन देता है, ये जनता को समझने की बहुत आवश्यकता है। किसके कंधे पर चढ़कर वो कूदते हैं, ये जनता को समझने की आवश्यकता है। और मैं सब बातें इसलिए कहना चाहता हूं आज यहां पर कि मैं रोटी को चोची नहीं बोलता। चौथी बार का सांसद हूं। जब कांग्रेस की सरकार थी तब भी लड़कर काम करवाने का काम किया है और सेंट्रल यूनिवर्सिटी को यहां से नहीं जाने दिया। उसकी लड़ाई तब भी लड़ी है, आज बनाने का काम भी करेंगे तो पूरी ताकत के साथ करेंगे। इस बात को अनुराग ठाकुर ने जब अपनी ही सरकार पर निशाना साधा तो सीएम जयराम ठाकुर भी मंच पर चुप नहीं बैठे। सीएम ने अनुराग को नसीहत देते हुए कहा कि कुछ बातें मंच पर कहने के लिए नहीं होती। साथ ही सेंट्रल यूनिवर्सिटी पर अपनी सफाई भी दी। साल 2007 में हिमाचल प्रदेश को सेंट्रल यूनिवर्सिटी की सौगात मिली है। केंद्रीय विश्वविद्यालय हिमाचल प्रदेश के लिए एक बहुत बड़ा एक जो है वो एक कॉन्ट्रीब्यूशन केंद्र सरकार की ओर से है। उसको निश्चित रूप से जिस तरह से हम एक्सपेडाइट करके उसको आगे कर सकते हैं वो करेंगे। लेकिन 12 साल बीतने के बावजूद सेंट्रल यूनिवर्सिटी को स्थायी कैंपस नहीं मिल सका। सियासत तो खूब हुई और अब अनुराग ठाकुर अपनी ही सरकार को आईना दिखा रहे हैं। ब्रजेश्वर साकी, न्यूज़ 18 देहरा। जयराम ठाकुर और अनुराग ठाकुर की तकरार पर सुजानपुर से कांग्रेस विधायक राजेंद्र राणा ने कहा कि हिमाचल में भाजपा कई धड़ों में बढ़ चुकी है और आपसी कलह खुलकर सामने आने लगी है। जनसभा में मुख्यमंत्री के समक्ष जो है यहाँ के जो लोकल सांसद हैं उन्होंने अपनी भड़ास निकाली है और मुख्यमंत्री और सरकार को जो है काम ना करने की उन्होंने बात कही है कि सरकार इसमें कोऑपरेट नहीं कर रही है, सरकार ज़मीन को जो है स्थानांतरण नहीं कर रही है। इस तरह तरीके से मुख्यमंत्री और सांसद जो राज्य मंत्री भी हैं केंद्र में, उनमें जो नोक झोंक हुई है, इससे लगता है कि ये लोग जो हैं, ये सरकार जो है आपसी लड़ाई में उलझी है और प्रदेश का विकास पूरी तरह। बुलेटिन में अभी के लिए हमारा और आपका साथ इतना ही, लेकिन ताजा तरीन खबरों के लिए आप बने रहिए न्यूज़ 18 पंजाब हरियाणा हिमाचल के साथ। इजाजत दें, नमस्कार।